ढूंढोत बंधन अनेक बार अनेक अनेक सर्व कला समरथ डोलन ते रखो प्रभु नानक दे नानक दे दे जिस देह सो पाए जिस देह सो पाए जप तप संयम दया धर्म जप तप संयम दया धर्म जिस देह सो पाए जिस देह सो पाए जप तप संयम दया धर्म दया धर्म जिस देह सो पाए जिस देह सो पाए जिस बुझाए अग्नि आप जिस बुझाए अग्नि आप सो नाम ध्याए
जप तप संयम दया धर्म जिस दे सो पाए जिस दे सो पाए अंतर जामी अगम पुरख अंतर जामी अगम पुरख एक दृष्ट दिखाए एक दृष्ट दिखाए सद संगत के आसरे साध संगत के आसरे प्रभु स्यों रंग लाए प्रभु स्यों रंग लाए जप तप संयम जप तप संयम दया धर्म जप तप संयम दया धर्म जिस दे सो पाए जिस दे सो पाए औगन काट मुख उजला औगन काट मुख उजला हर नाम तराए हर नाम तराए जन्म मरण कटियो जन्म मरण कटियो फिर जो
ਜਾਣ ਨਾ ਪਾਏ। ਅੰਧਕੂਪ ਤੇ ਕੋਟੀਆਂ ਨੇ ਅੰਧਕੂਪ ਤੇ ਕੋਟੀਆਂ ਨੇ ਲੜ ਆਪ ਫੜਾਏ। ਲੜ ਆਪ ਫੜਾਏ। ਨਾਨਕ ਨਾਨਕ ਬਖਸ਼ ਮਿਲਾਇਨ। ਨਾਨਕ ਬਖਸ਼ ਮਿਲਾਇਨ। ਰੱਖੇ ਗੱਲਾਂ ਰੱਖੇ ਗੱਲਾਂ ਜਪ ਤਪ ਸੰਜਮ ਦਇਆ ਧਰਮ। ਜਪ ਤਪ ਸੰਜਮ ਦਇਆ ਧਰਮ। ਜਿਸ ਦੇ ਸੋ ਪਾਏ। ਜਿਸ ਦੇ ਸੋ ਪਾਏ। ਜਿਸ ਦੇ ਸੋ ਪਾਏ। ਜਪ ਤਪ ਸੰਜਮ ਦਇਆ ਧਰਮ। ਜਪ ਤਪ ਸੰਜਮ ਦਇਆ ਧਰਮ। ਜਿਸ ਦੇ ਜਿਸ ਦੇ ਜਿਸਨੂੰ ਦੇਵੇ ਦਇਆ ਕਰ। ਜਿਸ ਦੇ ਜਿਸਨੂੰ ਦੇਵੇ ਦਇਆ ਕਰ। ਸੋਈ ਪੁਰਖ ਸੁਜਾਨ। ਘਰ ਤਾਂ ਤੇਰੇ ਸਭ ਕਿਛ ਹੈ। ਸੱਚ ਜਪ ਤਪ ਸੰਜਮ ਦਇਆ ਧਰਮ। ਘਰ ਤਾਂ ਤੇਰੇ ਸਭ ਕਿਛ ਹੈ। ਹਬ ਗੁਣ ਤੈਨੇ ਹਬ ਗੁਣ ਤੈਨੇ ਨਾਨਕ ਜੀਓ। ਜਪ ਤਪ ਸੰਜਮ
दया धर्म चारु पदार्थ चारु पदार्थ अष्ट महासिद्ध कामधेन मार जात हर हर रुख घर तां तेरे सब कुछ है कामधेन मार जात हर हर रुख नानक शरण गही सुख सागर घर तां तेरे सब कुछ है नानक शरण गही सुख सागर सुख सागर सुर तर चिंता मन सुख सागर सुर तर चिंता मन कामधेन बस जाके चार पदार्थ अष्ट दशा सिद्ध नवनिध कर तल ताके नवनिध कर तल ताके जिस देह मनुख दी जिंदगी जीवन दियां लोड़ां ने कुछ ऐसियां लोड़ां ने जिन्हां नूं मनुख हर पल याद रखदा है उन्हां लई उपराले करदा है पर कुछ लोड़ां ऐसियां भी ने जड़ियां मनुख नूं चेते नहीं उन्हां प्रति बहुते उपराले भी नहीं करदा अवेसला अचेत भी हो जाता है पर जदों कदी समा पैण नाल किसे अंदरले तत्त दी कमी वांगू शरीर दियां लोड़ां दी कमी वांगू जीव दियां लोड़ां दी कमी दा एहसास हुंदा है पता लगदा है फिर चाहता है कि ये लोड़ पूरी हो जाए पर गुरु ने एक ख्याल दिता है उन्हां दोहां लोड़ां नूं समूचे रूप विच असी दो लफ्ज़ां विच वंडने हैं एक है पदार्थ एक है परमार्थ जे उन्हां दो तरह दीयां लोड़ां नूं असी समूचे रूप विच दो लफ्ज़ां विच वंडीए ते उनदे विच एक है पदार्थ दुनिया दियां संसारिक लोड़ां जिंदे विच दौलत इज्जत आबरू भाईचारा
ਸੰਤਾਨ, ਦੁਨਿਆਵੀ ਸੁੱਖ, ਘਰ ਮਕਾਨ, ਦੁਨਿਆਵੀ ਸੁੱਖ, ਇਹਨੂੰ ਪਦਾਰਥ ਕਹਿੰਦੇ। ਇੱਕ ਹੈ ਸਮੁੱਚੇ ਰੂਪ ਵਿੱਚ ਲਫ਼ਜ਼ ਪਰਮਾਰਥ, ਉਹਦੇ ਵਿੱਚ ਹੈ ਸੱਚ ਦੀ ਚੇਤਨਤਾ, ਨੇਕੀ, ਭਲਾਈ, ਰੱਬ ਨਾਲ ਜੁੜਨਾ, ਪ੍ਰਭੂ ਭਗਤੀ, ਪ੍ਰਭੂ ਦੀ ਹੋਂਦ ਨੂੰ ਕਬੂਲਣਾ, ਪਰਮਾਰਥ। ਤੇ ਲੋੜ ਇਹਨਾਂ ਦੋਹਾਂ ਚੀਜ਼ਾਂ ਦੀ ਹੈ। ਮਨੁੱਖ ਪਦਾਰਥ ਨੂੰ ਛੇਤੀ ਅਹਿਸਾਸ ਕਰਦਾ ਹੈ, ਕੋਈ ਚੀਜ਼ ਰਹਿ ਜਾਏ ਉਹਦੇ ਲਈ ਉਪਰਾਲੇ ਕਰਦਾ ਹੈ, ਛੇਤੀ ਮੇਰਾ ਆਪਣਾ ਘਰ ਦਾ ਮਕਾਨ ਬਣ ਜਾਏ, ਛੇਤੀ ਮੈਂ ਅਮੀਰ ਹੋ ਜਾਵਾਂ, ਦੌਲਤ ਮਿਲ ਜਾਏ, ਕਾਰੋਬਾਰ ਮਿਲ ਜਾਏ। ਜਿਹੜੀ ਚੀਜ਼ ਵੀ ਨਾ ਹੋਵੇ ਉਹਦੇ ਲਈ ਉਪਰਾਲੇ ਕਰਦਾ ਹੈ। ਕਿਸੇ ਨੂੰ ਸੰਤਾਨ ਵਕਤ ਸਿਰ ਨਾ ਮਿਲੇ, ਉਹ ਸਾਧੂ ਫਕੀਰਾਂ ਦੇ ਜਾਂਦਾ ਹੈ, ਚੰਗੇ ਚੰਗੇ ਇਲਾਜ ਲਈ, ਡਾਕਟਰਾਂ, ਹਕੀਮਾਂ, ਵੈਦਾਂ ਦਾ ਸਹਾਰਾ ਲੈਂਦਾ ਹੈ। ਸੰਸਾਰਿਕ ਲੋੜ ਪੂਰੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਕਦੀ ਚੇਤਾ ਆ ਜਾਏ, ਜਿਨ੍ਹਾਂ ਬਾਰੇ ਮਨੁੱਖ ਅਵੇਸਲਾ ਰਹਿੰਦਾ ਹੈ, ਉਹ ਹੈ ਪਰਮਾਰਥ ਦੀਆਂ ਲੋੜਾਂ। ਜਦੋਂ ਕਦੀ ਉਹਨੂੰ ਪਰਮਾਰਥ ਦੀਆਂ ਲੋੜਾਂ ਦੀ ਘਾਟ ਮਹਿਸੂਸ ਹੋਵੇ, ਫਿਰ ਉਹਨੂੰ ਰੱਬ ਚੇਤੇ ਆਉਂਦਾ ਹੈ, ਸਤਸੰਗ ਚੇਤੇ ਆਉਂਦਾ ਹੈ। ਹਾਲਾਂਕਿ ਗੁਰੂ ਨੇ ਇੱਕੋ ਲਾਈਨ ਵਿੱਚ ਇੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਆਖਰ ਲੋੜਾਂ ਤਾਂ ਦੋਨੋਂ ਹੀ ਤੇਰੇ ਜੀਵਨ ਦੀਆਂ ਨੇ। ਪਦਾਰਥ ਨੇ ਤੈਨੂੰ ਉੱਪਰਲੀ ਖੁਸ਼ੀ ਦੇਣੀ ਹੈ, ਪਰਮਾਰਥ ਨੇ ਤੈਨੂੰ ਅੰਦਰਲੀ ਖੁਸ਼ੀ ਦੇਣੀ ਹੈ। ਲੋੜਾਂ ਦੋਨੋਂ ਹੀ ਤੇਰੀਆਂ ਨੇ। ਜੇ ਪਦਾਰਥ ਵਿੱਚ ਹੀ ਟੋਟਲੀ ਕੰਪਲੀਟਲੀ ਖੁਸ਼ੀ ਹੋਵੇ ਤਾਂ ਪਦਾਰਥਵਾਦੀ ਬਹੁਤ ਲੋਕ ਜਿਹੜੇ ਨੇ ਉਹ ਕਲਪਨਾ ਦੇ ਗ੍ਰਸੇ ਹੋਏ ਨੇ, ਉਹਨਾਂ ਕੋਲ ਦੌਲਤ ਦੀ ਘਾਟ ਨਹੀਂ। ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਕਈ ਕੋਟ ਮਾਇਆ ਮੈਂ ਚਿੰਤ। ਪਦਾਰਥ ਹੈ, ਪਦਾਰਥ ਹੈ, ਪਰ ਚਿੰਤਾ ਹੈ, ਕਿਉਂਕਿ ਸਭ ਕੁਝ ਪਦਾਰਥ ਨਹੀਂ। ਸੰਤਾਨ ਹੈ, ਕੱਲ ਨੂੰ ਸੰਤਾਨ ਲਾਇਕ ਨਾ ਨਿਕਲੇ ਤਦ ਵੀ ਚਿੰਤਾ, ਪੜ੍ਹ ਲਿਖ ਨਾ ਸਕੇ ਤਦ ਵੀ ਚਿੰਤਾ। ਜੇ ਕੇਵਲ ਪਦਾਰਥ ਵਿੱਚ ਚਿੰਤਾ ਖਤਮ ਹੁੰਦੀ ਹੋਵੇ ਤਾਂ ਪਦਾਰਥਵਾਦੀ ਲੋਕ ਨਿਸ਼ਚਿੰਤ ਹੋਣ। ਪਰ ਇੱਕ ਖਿਆਲ ਕਰਿਓ, ਉਹਨਾਂ ਨੂੰ ਵੀ ਕੋਈ ਘਾਟ ਹੈ, ਉਹ ਹੈ ਪਰਮਾਰਥ ਦੀ। ਪਰ ਜੇ ਪਰਮਾਰਥਵਾਦੀ ਮਨੁੱਖ ਜਿਹੜਾ ਉਸ ਸਮਾਜ ਵਿੱਚ ਰਹਿੰਦਾ ਹੈ, ਅੱਜ ਦੇ ਪਰਮਾਰਥ ਨੂੰ ਸਮਝਣ ਵਿੱਚ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ, ਮੈਂ ਪਦਾਰਥ ਕੋਲੋਂ ਕੀ ਲੈਣਾ ਹੈ, ਪਰਮਾਰਥ ਵਿੱਚ ਜੀਵਾਂਗਾ, ਕੀ ਉਹ ਸੁਖੀ ਹੈ? ਸੁਖੀ ਹੈ? ਰਹਿਣ ਲਈ ਥਾਂ ਨਹੀਂ, ਦਰਖਤਾਂ ਦੇ ਥੱਲੇ ਜੀਵਨ ਬਿਤਾ ਰਿਹਾ ਹੈ, ਪਹਿਨਣ ਲਈ ਕੱਪੜਾ ਨਹੀਂ, ਖਾਣ ਲਈ ਭੋਜਨ ਲਈ ਫਿਰ ਕਿਸੇ ਦੇ ਦਰਵਾਜ਼ੇ ਤੇ ਮੰਗਤਾ ਬਣ ਕੇ ਖਲੋਤਾ ਹੈ। ਅਧੂਰਾ ਹੈ ਨਾ। ਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ, ਦੀਨ ਕੇ ਤੋ ਸੇ ਦੁਨੀ ਨਾ ਜਾਏ। ਕਿਤੇ ਪਰਮਾਰਥ ਦੇ ਬਦਲੇ ਵਿੱਚ ਪਦਾਰਥ ਗਵਾ ਨਾ ਪਵੇ। ਦੋਹਾਂ ਚੀਜ਼ਾਂ ਦੀ ਲੋੜ ਹੈ।
ਗੁਰੂ ਨੇ ਇੱਕ ਲਾਈਨ ਵਿੱਚ ਇੱਕ ਫੈਸਲਾ ਦੇ ਦਿੱਤਾ ਜੋ ਸਾਡੇ ਸਾਰਿਆਂ ਨੂੰ ਸਮਝਣ ਤੇ ਕੰਮ ਦਾ ਹੈ। ਗੁਰੂ ਕਹਿੰਦੇ ਨੇ ਮੈਂ ਤੇਰਾ ਪਦਾਰਥ ਦੀ ਦੁਨੀਆ ਦੇ ਅੰਦਰ ਰਹਿਣਾ ਵੀ ਪ੍ਰਵਾਨ ਕਰਨਾ। ਮੈਂ ਨਹੀਂ ਚਾਹੁੰਦਾ ਤੂੰ ਪਦਾਰਥਵਾਦੀ ਨਾ ਹੋਵੇਂ। ਤੈਨੂੰ ਕੋਈ ਘਾਟ ਪਦਾਰਥ ਦੀ ਮਹਿਸੂਸ ਹੁੰਦੀ ਹੋਵੇ, ਤੇਰੇ ਕੋਲ ਦੌਲਤ ਨਾ ਹੋਵੇ, ਤੇਰੇ ਕੋਲ ਇੱਜ਼ਤ ਆਬਰੂ ਨਾ ਹੋਵੇ, ਤੇਰੇ ਕੋਲ ਸੰਤਾਨ ਨਾ ਹੋਵੇ, ਮੈਂ ਇਹ ਵੀ ਨਹੀਂ ਚਾਹੁੰਦਾ। ਪਰ ਤੇਰੇ ਕੋਲ ਪਰਮਾਰਥ ਨਾ ਹੋਵੇ, ਰੱਬ ਨਾ ਹੋਵੇ, ਮੈਂ ਇਹ ਘਾਟ ਵੀ ਨਹੀਂ ਰਹਿਣ ਦੇਣਾ ਚਾਹੁੰਦਾ। ਇਹਦੇ ਲਈ ਇੱਕੋ ਤਰੀਕਾ ਹੈ ਕਿ ਤੈਨੂੰ ਵਿਸ਼ਵਾਸ ਹੋਵੇ ਮੈਨੂੰ ਪਦਾਰਥ ਤੇ ਪਰਮਾਰਥ ਦੋਨੋਂ ਚੀਜ਼ਾਂ ਮੇਰੇ ਰੱਬ ਨੇ ਦੇਣੀਆਂ ਨੇ। ਇੱਕ ਘਰ, ਇੱਕ ਦਰ ਐਸਾ ਹੈ ਜਿੱਥੇ ਪਦਾਰਥ ਤੇ ਪਰਮਾਰਥ ਦੋਨੋਂ ਹੀ ਚੀਜ਼ਾਂ ਨੇ। ਤੇਰਾ ਜੀਵਨ ਅਧੂਰਾ ਨਹੀਂ ਰਹਿੰਦਾ। ਕਹਿਣ ਲੱਗੇ ਜੀ ਉਹ ਕਿਹੜਾ ਦਰ ਹੈ, ਕਿਹੜਾ ਸਥਾਨ ਹੈ? ਗੁਰੂ ਨੇ ਇੱਕ ਲਾਈਨ ਵਿੱਚ ਫੈਸਲਾ ਦਿੱਤਾ। ਕਹਿਣ ਲੱਗੇ ਜਨ ਕੋ ਪ੍ਰਭ ਸੰਗੇ ਅਸਨੇ। ਭਗਤ ਜਨ ਜਿਹੜਾ ਹੈ ਉਹ ਪ੍ਰਭੂ ਨਾਲ ਨਿਉ ਲਾਉਂਦਾ ਹੈ ਤੇ ਆਖਦਾ ਮਾਲਿਕ ਮੇਰਾ ਪਦਾਰਥ ਤੇ ਪਰਮਾਰਥ ਦੋਨੋਂ ਚੀਜ਼ਾਂ ਤੇਰੇ ਹੱਥ ਵਿੱਚ ਨੇ। ਮੈਨੂੰ ਦੁਨੀਆ ਦੇ ਸੁੱਖ ਵੀ ਦੇ ਤੇ ਮੈਨੂੰ ਆਪਣੇ ਚਰਨਾਂ ਨਾਲ ਵੀ ਜੋੜ ਕੇ ਰੱਖ। ਕਹਿਣ ਲੱਗੀ ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ। ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ। ਤੂੰ ਮੇਰਾ ਮਿੱਤਰ ਹੈ ਤੇ ਤੇਰੇ ਘਰ ਵਿੱਚ ਸਭ ਕੁਝ ਹੈ। ਹਾਂ, ਇਹ ਗੱਲ ਵੱਖਰੀ ਹੈ। ਜਿਸ ਨੂੰ ਤੂੰ ਦੇਣਾ ਹੈ ਉਹਨੂੰ ਮਿਲਦਾ ਹੈ। ਇਹ ਵਿਸ਼ਵਾਸ ਮਨੁੱਖ ਨੂੰ ਮੈਂ ਕਰਾਉਣਾ ਚਾਹੁੰਦਾ। ਮਨੁੱਖ ਮਤ ਸਮਝੇ ਕਿ ਜੋ ਕੁਝ ਮੇਰੇ ਕੋਲ ਹੈ, ਭਾਵੇਂ ਗੁਣ ਨੇ ਤੇ ਭਾਵੇਂ ਪਦਾਰਥ ਹੈ, ਭਾਵੇਂ ਪਰਮਾਰਥ ਹੈ। ਚੰਗੇ ਗੁਣ ਪਰਮਾਰਥ ਨੇ। ਪਰਮਾਰਥ ਦਾ ਅਖਰੀ ਅਰਥ ਹੀ ਚੰਗੇ ਗੁਣ ਨੇ। ਕਹਿਣ ਲੱਗੇ ਭਾਵੇਂ ਦੁਨਿਆਵੀ ਸੁੱਖ ਨੇ ਤੇ ਭਾਵੇਂ ਚੰਗੇ ਗੁਣ ਨੇ, ਉਹ ਤੈਨੂੰ ਪਤਾ ਹੋਵੇ ਰੱਬ ਦਿੰਦਾ ਹੈ, ਪ੍ਰਭੂ ਦਿੰਦਾ ਹੈ ਤੇ ਤਾਂ ਮਿਲਦੇ ਨੇ। ਜੇ ਪਦਾਰਥ ਆਪੇ ਹੀ ਮਿਲ ਜਾਂਦਾ ਹੋਵੇ ਤੇ ਦੁਨੀਆ ਅੰਦਰ ਕੋਈ ਗਰੀਬ ਨਾ ਰਵੇ। ਜੇ ਤੇਰੀ ਮਰਜ਼ੀ ਨਾਲ ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਬੈਠਤ ਹੀ ਖਾਏ। ਕਰੋੜਾਂ ਉਹ ਆਦਮੀ ਨੇ ਜਿਹੜੇ ਬੈਠੇ ਹੀ ਖਾਂਦੇ ਨੇ, ਇੰਨੀ ਦੌਲਤ ਘਰ ਵਿੱਚ ਹੈ। ਕਰੋੜਾਂ ਉਹ ਆਦਮੀ ਜਿਹੜੇ ਦਿਨ ਰਾਤ ਘਾਲਣਾ ਘਾਲਦੇ, ਨੌਕਰੀਆਂ ਕਰਦੇ ਨੇ, ਪਰ ਰੱਜ ਰੋਟੀ ਨਹੀਂ ਨਸੀਬ ਹੁੰਦੀ। ਬਾਣੀ ਦਾ ਫੈਸਲਾ ਹੈ ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥੱਕ ਪਾਏ। ਇਸ ਦਾ ਮਤਲਬ ਮਨੁੱਖ ਦੇ ਆਪਣੇ ਵਸ ਵਿੱਚ ਨਹੀਂ ਤੇ ਕੌਣ ਗਰੀਬ ਰਹਿਣਾ ਚਾਹੁੰਦਾ? ਦੁਨੀਆ ਅੰਦਰ ਗਰੀਬੀ ਦੀ ਦਸ਼ਾ ਵਿੱਚ ਰਹਿਣ ਵਾਲੇ ਲੋਕ ਬੜੇ ਨੇ, ਪਰ ਕਿਸੇ ਕੋਲੋਂ ਪੁੱਛੋ ਤੂੰ ਗਰੀਬ ਰਹਿਣਾ ਚਾਹੁੰਦਾ? ਫਿਰ ਵੀ ਹੈ ਨਾ। ਕਹਿਣ ਲੱਗੇ ਇੱਕ ਖਿਆਲ ਕਰੇ, ਇਹਦਾ ਮਤਲਬ ਉਹਦੀ ਆਪਣੀ ਮਰਜ਼ੀ ਤੇ ਹੋਵੇ ਤੇ ਕਦੀ ਕੋਈ ਮਨੁੱਖ ਗਰੀਬ ਨਾ ਰਹੇ। ਆਪਨ ਲਿਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ। ਜੇ ਆਪਣੀ ਮਰਜ਼ੀ ਨਾਲ ਤੂੰ ਆਪਣੇ ਆਪ ਨੂੰ ਮਹਾਨ ਬਣਾ ਸਕਦਾ ਹੋਵੇਂ ਤੇ ਦੁਨੀਆ ਅੰਦਰ ਕੋਈ ਵੀ ਅਭਾਗਾ ਨਾ ਰਹੇ, ਸਾਰੇ ਭਾਗਾਂ ਵਾਲੇ ਹੋ ਜਾਣ। ਇਹਦਾ ਮਤਲਬ
ਇੱਥੇ ਮਾਲਕ ਤੇਰੀ ਰਹਿਮਤ ਦੀ ਲੋੜ ਹੈ। ਮੈਂ ਕਈ ਵਾਰ ਐਗਜ਼ਾਮਪਲ ਵੀ ਦਿੰਦਾ ਕਿ ਕਿਰਸਾਨੀ ਕੀ ਹੈ। ਜ਼ਮੀਨ ਕਿਰਸਾਨ ਦੀ ਹੈ, ਉਹਦੇ ਨਾਂ ਚੜੀ ਹੋਈ, ਉਹ ਕਹਿੰਦਾ ਜ਼ਮੀਨ ਮੇਰੀ ਹੈ। ਇਸੇ ਲਈ ਉਹਨੂੰ ਉਸ ਜ਼ਮੀਨ ਵਾਹੁਣ ਦਾ ਹੱਕ ਹੈ। ਨਹੀਂ ਤਾਂ ਕਿਸੇ ਦੂਜੇ ਦੀ ਜ਼ਮੀਨ 'ਚ ਹਲ ਵਾਹ ਕੇ ਵਿਖਾਵੇ। ਜ਼ਮੀਨ ਬੀਜ ਵੀ ਹੁੰਦਾ ਹੈ, ਉਹਨੇ ਖਰੀਦਿਆ ਤੇ ਬੀਜ ਪਾਇਆ ਵੀ ਉਹਨੇ ਉਸ ਜ਼ਮੀਨ ਵਿੱਚ। ਬੀਜ ਵੀ ਹੁੰਦਾ, ਜ਼ਮੀਨ ਵੀ ਹੁੰਦੀ। ਫਿਰ ਉਸਨੇ ਖੂਹ ਲਗਾਇਆ, ਸੁਹਾਗਾ ਫੇਰਿਆ, ਬੀਜ ਪਾਇਆ, ਬੀਜ ਉਗ ਵੀ ਪਿਆ। ਪਰ ਕਹਿੰਦੇ ਨੇ ਇੰਨਾ ਕੁਝ ਉਹਨੇ ਆਪ ਕੀਤਾ, ਫਿਰ ਵੀ ਕੋਈ ਜ਼ਰੂਰੀ ਨਹੀਂ ਕਿ ਬੋਲ ਉਹਦੇ ਘਰ ਵਿੱਚ ਆਪਣੀ ਮਰਜ਼ੀ ਨਾਲ ਆ ਜਾ। ਚਾਹੁੰਦਾ ਹੈ ਕਿ ਮੈਂ ਇੰਨਾ ਕੁਝ ਕੀਤਾ, ਬੋਲ ਆਵੇ। ਮਨ ਦੀ ਇੱਛਾ ਇਹ ਹੋਈ ਹੁੰਦੀ ਕਿਸਾਨ ਦਾ ਵੀ ਇੰਨਾ ਕੁਝ ਮੈਂ ਘਰ ਨਾ ਕਰ ਲਈਏ, ਬੋਲ ਮੇਰੇ ਘਰ ਆਉਣਾ ਚਾਹੀਦਾ। ਪਰ ਕਈ ਵਾਰ ਇਹ ਹੁੰਦਾ ਫਸਲ ਪੱਕਣ ਵਾਲੀ ਹੁੰਦੀ ਹੈ ਤੇ ਗੜੇਮਾਰ ਹੋ ਜਾਂਦੀ ਹੈ। ਆ ਪਿਛਲੇ ਦਿਨਾਂ ਵਿੱਚ ਤੁਸੀਂ ਵੇਖਿਆ ਹਿੰਦੁਸਤਾਨ ਦੀ ਧਰਤੀ ਤੇ ਫਸਲ ਪੱਕਣ ਵਾਲੀ ਸੀ ਤੇ ਹੜ੍ਹ ਆ ਗਏ। ਕੀ ਕਿਸਾਨ ਚਾਹੁੰਦਾ ਹੈ ਜਦੋਂ ਫਸਲ ਪੱਕਣ ਵਾਲੀ ਹੋਵੇ ਮੇਰੀ ਤੇ ਹੜ੍ਹ ਆ ਜਾਣ, ਗੜੇਮਾਰ ਹੋ ਜਾਏ? ਨਹੀਂ ਚਾਹੁੰਦਾ, ਪਰ ਹੋ ਜਾਂਦਾ। ਇਸ ਲਈ ਇੱਕ ਖਿਆਲ ਕਰਿਓ, ਇੰਨਾ ਕੁਝ ਕਰਕੇ ਵੀ ਕਿਸਾਨ ਅਰਦਾਸ ਕਰਦਾ ਹੈ। ਉਹ ਅਰਦਾਸ ਕਹਿੰਦੇ ਅੱਗੇ ਕਰਦਾ ਹੈ, ਮਤਲਬ ਕਿਸੇ ਹੋਰ ਦੀ ਮਦਦ ਦੀ ਵੀ ਲੋੜ ਹੈ। ਸਭ ਕੁਝ ਆਪਣੇ ਹੱਥ ਨਹੀਂ ਲੈਂਦਾ, ਤੇ ਆਪਣੇ ਹੱਥ ਲਵੇ ਤਾਂ ਆਖੇ ਮੈਂ ਸਭ ਕੁਝ ਕੀਤਾ, ਮੇਰੇ ਘਰ ਬੋਲ ਆ ਜਾਣਾ ਚਾਹੀਦਾ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਦੋਂ ਉਹਨੇ ਨੂੰ ਪਾਣੀ ਦੀ ਲੋੜ ਸੀ ਨਾ, ਉਹਨੇ ਆਕਾਸ਼ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਕਿਉਂ ਵੇਖਣਾ ਹੈ ਆਕਾਸ਼ ਵੱਲ? ਬੱਦਲ ਆਉਣ, ਬਾਰਿਸ਼ ਪਵੇ। ਤੇ ਕਿਸੇ ਨੇ ਗੁਰਬਾਣੀ ਵਿੱਚ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਉਹ ਭੋਲਿਆ ਆਕਾਸ਼ ਵੱਲ ਕਿਉਂ ਵੇਖਣਾ, ਬੱਦਲ ਆਪੇ ਨਹੀਂ ਆਉਣੇ। ਕਿਆ ਉੱਠ ਉੱਠ ਦੇਖੋ ਬੱਪੜੇ, क्या उठ उठ देखो बपड़े, इसमें के हाथ किछ ना है, इसमें के हाथ किछ ना है, जिन ए मेघ पठाया तिस रखो मन माहे। जिन्ने ए बदल भेजने ने ओनू याद कर। ਇਹਦਾ ਮਤਲਬ ਕੁਝ ਕਿਸੇ ਹੋਰ ਦੇ ਹੱਥ ਵੀ ਹੈ, ਜਿਹਨੂੰ ਮਨੁੱਖ ਮੰਨ ਨਹੀਂ ਰਿਹਾ। ਤੇ ਗੁਰੂ ਨੇ ਇੱਥੇ ਵੀ ਇਹੋ ਗੱਲ ਆਖੀ, ਕਹਿਣ ਲੱਗੀ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰੋ, ਗ੍ਰਹਿ ਤੇਰੇ सबके मान मांगो। मैं पदार्थ ते परमार्थ दोनों चीज़ां तेरे कोलों चाहना। मान मांगो, तान मांगो, तान लक्ष्मी सुत दे। तेरे कोलों मान तान मंगना है, तेरे कोलों दौलत मंगनी है, तेरे कोलों ही मैं पुत्र मंगना, संतान मंगनी। आखिर पदार्थ है भावें परमार्थ है, सब कुछ तेरे हाथ च है। ग्रह तेरे सब के। इत्थे रुकना चाहिए। शब्द इस शब्द दियां दो लाइनां वाल विशेष ध्यान दवाना चाहना। एक तो है
कि जो कुछ मेरे कोल है ते जां जो कुछ मैं चाहना वो सब कुछ तेरी मुट्ठी विच है। पहला विश्वास गुरु कहते ने जप तप संजम दया धर्म, जप तप संजम दया धर्म, जिस देह सो पाए। जो कुछ भी है या जो मेरी लोड़ है, मेरी चाहत है, वो तो तेरी मुट्ठी में, तेरी मर्जी बिना मैं प्राप्त नहीं कर सकता। जिस दे सो पाए, अब गुण तैंडे नानक जीओ। मैं कुथिए मैं निर्गुण ते क्या होवे, तुद जेवड़ दातार न कोई जाचक सदा जाचोवे। सब गुण तेरे मैं ना ही कोई। पहली चीज इस गल ते विश्वास, इस गल ते विश्वास तेरे अंदर दी हौमे नूं मिटाएगा। जदों आखेगा मन अंदर सोचेगा कि मेरे हथ तां कुछ भी नहीं, भावें चंगियाइयां कर रहे हैं, लोग मैनू चंगा आख रहे ने, लोग चंगा आख रहे, पर की ये चंगियाइयां मेरियां अपनियां ने? इनका मतलब तो यह आएगा, एक हों आ गई। मैं एक बार की सी भाई दया सिंह नाल सीस जे लफज जोड़े कि उन्हें आख्या महाराज मैं सीस दिता ते अमृत लिया। वो तो सीस दिता ही व्यर्थ हो गया। हों आ गई कि मैं कुछ दिता है, दाते दे अगे दाता बन बैठा। फिर गुरु गोबिंद सिंह साहब अमृत दाता किवें रहे? जे उन्होंने कुछ लिया ते कुछ दिता, फिर तो सौदागर हो गए, बिजनेसमैन हो गए, व्यापारी हो गए। सीस लिया ते अमृत दे दिता। भाई दया सिंह दे लफज यही प्रचारे जाते हैं, जिहड़े बिल्कुल नहीं। भाई दया सिंह वर्गी महान आत्मा ये गल कदी नहीं कह सकती, पर असी कहने जी सीस दिता ते अमृत लिया। ये तो हों आ गई। जिथे भी हों आएगी ना, उथे कीते हुए चंगे कर्म भी व्यर्थ चले जाणगे। आपां हुणे सुखमनी साहब दा पाठ कीता, उहदे विच एक लफज ने, कोट कर्म करे, कोट कर्म करे हों धारे। करोड़ा चंगे काम कर ले ते मन विच हों आ जाए कि मैं कीते ने, मैं कुछ कर रहा, सब व्यर्थ चले जाते हैं। कोट कर्म करे हों धारे, शर्म पावे सगले बिरथारे। अनिक तपस्या करे अहंकार। क्योंकि गुरमत विच निम्रता ही जीवन की सफलता है। ये नहीं कि मैं कुछ कर रहा। गुरबाणी विच कहंदे चाकर लगे चाकरी नाले गर्भवाद। नाल तू गुरु दा रब दा चाकर खुआए भी मैं उनकी सेवा कर रहा, जो उनका हुक्म है वो चल कर रहा। ते नाल गर्भवाद होवे कि मेरे वर्गा कोई चाकर नहीं, मेरे वर्गा कोई सेवादार नहीं। दो चीज़ां इकट्ठियां नहीं हो सकती, क्योंकि हौमे विच सेवा ना होवे तां मन बिरथा जाए। चाकर लगे चाकरी नाले गर्भवाद, गल्लां करे गनेरियां, खसम ना पाए साथ। आप गवाए सेवा करे। सेवा वो जिंदे विच हों ना होवे। ते जे मन विच आ गया मैं भी कुछ कीता है, मैनू हुण किसे दी कोई परवाह नहीं। पिछले दिहाड़े विच
मैनू ये सब्जैक्टां छेड़ना पिया। पिछले दिहाड़ियां में मैं संसारिक मर्यादा मुताबिक दास दे सरीरिक बर्थ जन्मदिन ते लोगों दी बधाइयां शुरू हो गई। लोग तेरी बड़ी सेवा है, तेरी कहते गए। मेरे मन में आया भी नहीं है, मेरी कादी सेवा। सेवा तो सतगुरु ने जो कराई हो गई, ते जो कराएगा हो जाएगा। पता नहीं आने वाला समा क्यों कि बाबा कबीर विच कोई, बाबा फरीद विच, बाबा कबीर विच कोई कमजोरी सी। उन्हें ये लफज कहे कि रंग न हसिया कोई अजो सो नाव समुंदर में, क्या जानो क्या होए। अरे तो नाव बेड़ी समुंदर दे विच ठल्ली है, तो किनारा नहीं लभ्या, मौत का किनारा पता नहीं कित्थे कदों की हालात वापर। इसलिए चंगी गल है, अरदास ही करिए कि सतगुरु निभा लवे, जिहड़ी सेवा दित्ती सो निभा लवे, अपनी सेवा विच लाई रखे। इसलिए सुभाविक सी सारियां वीरां नूं जिन्हां ने ਵਧਾਈਆਂ ਦਿੱਤੀਆਂ, ਉਹਨਾਂ ਨੂੰ ਦੋ ਲਫ਼ਜ਼ਾਂ ਨਾਲ ਮੈਂ ਇੱਕ ਗੱਲ ਆਖੀ ਕਿ ਵੀਰੋ, ਸਾਧ ਸੰਗਤ ਦੇ ਰੂਪ ਵਿੱਚ ਤੁਸੀਂ ਮੇਰੇ ਨਾਲ ਹੋ, ਮੈਨੂੰ ਖੁਸ਼ੀ ਹੈ। ਅਸੀਸ ਦਿਓ ਲਫ਼ਜ਼ ਵਰਤੇ ਕਿ ਅਸੀਸ ਦਿਓ ਕਿ ਗੁਰੂ ਜੀਵਨ ਦੇ ਆਖਰੀ ਦਮ ਤੱਕ ਇਹ ਸੇਵਾ ਨਿਭਾ ਲੈ, ਕਦਮ ਕਿਤੇ ਥਿੜਕੇ ਨਾ। ਸਾਰੇ ਚਲੋ ਸਾਰਿਆਂ ਨੂੰ ਬੇਨਤੀ ਪਹੁੰਚ ਗਈ। ਕਿਸੇ ਵੀਰ ਨੇ ਇਹਦਾ ਮਤਲਬ ਇਹ ਵੀ ਕੱਢਿਆ, ਮੈਂ ਤਦ ਲਿਖਣਾ ਪਿਆ। ਉਹਨੇ ਆਖਿਆ ਇਹ ਤਾਂ ਜੀ ਬੜੀ ਵੱਡੀ ਮਨਮਤ ਕਮਜ਼ੋਰੀ ਹੈ, ਅਸੀਂ ਦੂਜਿਆਂ ਕੋਲੋਂ ਅਸੀਸਾਂ ਮੰਗਦੇ ਫਿਰੀਏ। ਪੜਿਆ ਦੂਜਿਆਂ ਕੋਲੋਂ ਨਹੀਂ, ਗੁਰੂ ਦੇ ਪੰਧ ਤੇ ਚੱਲਣ ਵਾਲੇ ਪੰਧੀਆਂ ਕੋਲੋਂ। ਉਹਨੂੰ ਸਾਧ ਸੰਗਤ ਕਹਿੰਦੇ ਨੇ। ਸੰਗਤ ਸਿਰਫ ਗੁਰਦੁਆਰੇ ਦੀ ਦਲੀਜਾਂ ਟੱਪ ਕੇ ਅੰਦਰ ਆਉਣ ਵਾਲੀ ਨੂੰ ਸੰਗਤ ਨਹੀਂ ਕਹਿੰਦੇ। ਸੰਗਤ ਤਾਂ ਉਹਨੂੰ ਕਹਿੰਦੇ ਨੇ ਜਿਹੜੀ ਗੁਰੂ ਨਾਲ ਜੁੜੇ। ਸਤਿਗੁਰੂ ਬਾਅਦ ਜੋ ਸੰਗਤ ਨਾ ਹੋਈ, ਬਿਨ ਸ਼ਬਦ ਦੇ ਪਾਰ ਨਾ ਪਾਵੇ ਕੋਈ, ਗੁਰਬਾਣੀ ਨੇ ਆਖਿਆ। ਤੇ ਇਹੋ ਜਿਹੀ ਸੰਗਤ ਜਿਹੜੀ ਗੁਰੂ ਨਾਲ ਜੁੜੀ ਹੋਈ ਹੈ, ਉਹਦੇ ਸੰਬੰਧ ਵਿੱਚ ਇਹ ਵੀ ਆਖ ਦਿੱਤਾ ਕਿ ਹੋ ਮਨ ਤਨ ਖੋਜੀ ਪਹਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਿਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਸ ਲਈ ਉਹ ਸੰਗਤ ਜਿਹੜੀ ਗੁਰੂ ਨਾਲ ਜੁੜੀ ਹੋਈ ਹੈ, ਉਹਦੀਆਂ ਅਸੀਸਾਂ ਦੀ, ਹੈਲਪ ਦੀ, ਇੱਕ ਪਾਂਧੀ ਦੀ, ਇੱਕ ਮੁਸਾਫਰ ਨੂੰ ਲੋੜ ਹੈ। ਬਲਕਿ ਮੈਂ ਕਈ ਵਾਰ ਕਹਿੰਦਾ ਹੁੰਦਾ, ਪੁਰਾਣੇ ਸਮੇਂ ਅੰਦਰ ਗੁਰੂ ਨੇ ਵੀ ਜਾ ਕੇ ਸਤਸੰਗੀ ਪੁਰਸ਼ਾਂ ਦੀ ਭਾਲ ਕੀਤੀ, ਆਪਣਾ ਕੋਈ ਕਾਫਲਾ ਬਣਾ ਦਿੱਤਾ। ਕਿ ਗੁਰੂ ਵਿੱਚ ਕੋਈ ਕਮਜ਼ੋਰੀ ਸੀ, ਆਪਣੀ ਕਮੀ ਸੀ। ਗੁਰੂ ਨੇ ਆਖਿਆ ਆਪਣੀ ਰਚਨਾ ਤੋਂ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਪਾਲ ਕੇ। ਤੇ ਥਾਂ ਥਾਂ ਸੰਗਤ ਕਾਇਮ ਕੀਤੀ। ਮੈਂ ਐਗਜ਼ਾਮਪਲ ਦੇਣਾ ਕਿ ਪੁਰਾਤਨ ਸਮੇਂ ਅੰਦਰ ਗੁਰੂ ਦੇ ਦੀਦਾਰ ਲਈ ਸਿੰਘ ਆਉਂਦੇ ਸਨ, ਦੂਰ ਦੁਰਾਡਿਆਂ ਤੋਂ ਤੁਰ ਕੇ ਜੰਗਲਾਂ ਵਿੱਚੋਂ ਲੰਘਣਾ ਪੈਂਦਾ ਸੀ। ਪਤਾ ਨਹੀਂ ਕਿੱਥੇ ਕੋਈ ਵਿਪਤਾ ਔਕੜ ਆ ਜਾਏ, ਕਮਜ਼ੋਰੀ ਨਹੀਂ। ਆਉਂਦੇ ਸਨ, ਫਿਰ ਉਹ ਇਕੱਲੇ ਨਹੀਂ ਸਨ ਆਉਂਦੇ, ਕੋਸ਼ਿਸ਼ ਕਰਦੇ ਸਨ ਵੀ ਕਾਫਲਾ ਬਣ ਜਾਏ। ਪੁਰਾਤਨ ਇਤਿਹਾਸ ਪੜ੍ਹ ਕੇ ਵੇਖ ਲਓ, ਦੂਰ ਦੁਰਾਡੇ ਤੋਂ ਜੰਗਲਾਂ ਤੋਂ ਸਫ਼ਰ ਕਰਕੇ ਪੈਦਲ ਆਉਣਾ ਹੁੰਦਾ ਸੀ, ਕਾਫਲੇ ਬਣਾ ਕੇ ਆਉਂਦੇ ਸਨ। ਹਾਂ, ਇਹ ਗੱਲ ਵੱਖਰੀ ਹੈ ਕਿ ਸਿਆਣੇ ਪੁਰਸ਼ ਨੂੰ ਉਹ ਕਾਫਲੇ ਦਾ ਜਥੇਦਾਰ ਬਣਾ ਲੈਂਦੇ ਸਨ, ਪਰ ਕਾਫਲਾ ਉਸ ਜਥੇਦਾਰ ਦੀ ਅਗਵਾਈ ਵੀ ਮੰਨਦੇ ਸਨ, ਉਹਨੂੰ ਸਤਿਕਾਰ ਵੀ ਦਿੰਦੇ ਸਨ। ਪਰ ਇਕੱਲਾ ਜਥੇਦਾਰ ਵਿੱਚ ਕਾਹਦਾ ਜਥੇਦਾਰ, ਜਿਹਦੇ ਨਾਲ ਜਥਾ ਹੀ ਕੋਈ ਨਹੀਂ। ਕਾਫਲਾ
ਕਾਫਲਾ ਬਣ ਕੇ ਆਉਂਦੇ ਸਨ। ਤੇ ਸਾਧ ਸੰਗਤ ਕੀ ਹੈ? ਸਾਧ ਸੰਗਤ ਹੈ ਗੁਰੂ ਦੀ ਦਿਸ਼ਾ ਵੱਲ ਪੰਧ ਕਰਨ ਵਾਲਾ, ਗੁਰੂ ਦੀ ਦਿਸ਼ਾ ਵਾਲਾ ਚੱਲਣ ਵਾਲਾ ਇੱਕ ਕਾਫਲਾ। ਹਾਂ, ਉਹ ਸਾਡੇ ਕਾਫਲੇ ਵਿੱਚ ਸ਼ਾਮਲ ਨਾ ਹੋਵੇ ਜਿਹੜਾ ਗੁਰੂ ਦੀ ਕਦੇ ਤੁਸੀਂ ਵੇਖਿਆ ਵੀ ਜੇ ਇੱਕ ਸ਼ਹਿਰ ਵਿੱਚ ਮਸਲਨ ਗੱਲ ਕਰਦੇ ਆ, ਇੱਥੋਂ ਤੁਸੀਂ ਟੋਰਾਂਟੋ ਜਾਣਾ ਹੋਵੇ ਜਾਂ ਇੱਥੋਂ ਲੰਡਨ ਜਾਣਾ ਹੋਵੇ, ਕਿਚਨਰ ਜਾਣਾ ਹੋਵੇ, ਕਦੀ ਇੱਕ ਕਾਫਲਾ ਬਣ ਸਕਦਾ ਹੈ? ਕਾਫਲਾ ਉਹਨਾਂ ਦਾ ਬਣੇਗਾ ਜਿਨ੍ਹਾਂ ਦੀ ਦਿਸ਼ਾ ਇੱਕ ਹੋਵੇਗੀ। ਜਿੱਥੇ ਦਿਸ਼ਾ ਵੱਖਰੀ ਵੱਖਰੀ ਹੋ ਜਾਏਗੀ ਉੱਥੇ ਕਾਫਲਾ ਕਦੀ ਇੱਕ ਨਹੀਂ ਬਣ ਸਕੇਗਾ। ਹਾਂ, ਜਿਨ੍ਹਾਂ ਦੀ ਦਿਸ਼ਾ ਗੁਰੂ ਵੱਲ ਨਹੀਂ, ਜਿਨ੍ਹਾਂ ਸਾਰਿਆਂ ਦਾ ਪੰਧ ਇੱਕੋ ਨਹੀਂ, ਉਹ ਕਦੀ ਗੁਰੂ ਵਾਲੇ ਨਾ ਹੋਣ ਕਰਕੇ ਦਿਸ਼ਾ, ਕਦੀ ਸਾਂਝ, ਕਦੀ ਸੰਗਤ ਨਹੀਂ ਬਣ ਸਕਦੇ। ਇੱਕ ਕਾਫਲਾ, ਇੱਕ ਸੰਗਤ ਉਹ ਹੀ ਬਣਦਾ ਜਿਨ੍ਹਾਂ ਦੀ ਦਿਸ਼ਾ ਇੱਕ ਹੋਵੇ। ਇਹ ਜ਼ਰੂਰੀ ਸੀ। ਪੁਰਾਣੇ ਸਮੇਂ ਅੰਦਰ ਜਿਹੜੇ ਕਾਫਲੇ ਗੁਰੂ ਦੇ ਦਰਸ਼ਨ ਲਈ ਆਉਂਦੇ ਸਨ, ਉਹਨਾਂ ਦੀ ਦਿਸ਼ਾ ਇੱਕ ਹੁੰਦੀ ਸੀ। ਉਹਨਾਂ ਸਾਰਿਆਂ ਨੂੰ ਪਤਾ ਸੀ ਅਸੀਂ ਕਿੱਥੇ ਜਾਣਾ ਹੈ। ਹਾਂ, ਕੋਈ ਅਗਵਾਈ ਕਰੇ ਉਹ ਵੀ ਸਤਿਕਾਰਯੋਗ ਹੈ, ਪਰ ਉਹ ਇਕੱਲਾ ਕੋਈ ਜਥੇਦਾਰ ਨਹੀਂ, ਜੇ ਜਥਾ ਹੀ ਨਾਲ ਨਹੀਂ। ਇਸ ਲਈ ਸੰਗਤ ਰੂਪੀ ਕਾਫਲੇ ਨੂੰ ਕਦੀ ਇਗਨੋਰ ਨਾ ਕਰੋ। ਸੰਗਤ ਦੀ ਬਹੁਤ ਜ਼ਰੂਰਤ। ਗੁਰੂ ਨੇ ਐਵੇਂ ਨਹੀਂ ਆਖਿਆ ਸੰਗਤ ਕਾ ਗੁਣ ਬਹੁਤ ਅਧਿਕਾਈ। ਇੱਥੇ ਵੀ ਲਫ਼ਜ਼ ਜੇ ਅਸੀਂ ਮੰਗ ਵੀ ਕਰਨੀ ਹੈ ਨਾ, ਤੇ ਗੁਰੂ ਕੋਲੋਂ ਜਾਂ ਸਾਧ ਸੰਗਤ ਕੋਲੋਂ ਜਾਂ ਸੰਸਾਰ ਦੇ ਜੀਵਾਂ ਕੋਲੋਂ ਅਸੀਸ ਤਾਂ ਗੁਰੂ ਸੰਗਤ ਕੋਲੋਂ ਮੰਗਣੀ ਹੈ। ਤੁਸੀਂ ਮੇਰੇ ਪਾਂਦੇ ਹੋ, ਮੈਨੂੰ ਬਲ ਬਖਸ਼ੋ ਕਿ ਤੁਹਾਡੇ ਕਾਫਲੇ ਵਿੱਚ, ਤੁਹਾਡੀ ਸੰਗਤ ਵਿੱਚ ਚੱਲਦਾ ਮੈਂ ਆਪਣੀ ਦਿਸ਼ਾ ਵੱਲ ਵੱਧ ਸਕਾਂ। ਸੰਗਤ ਕੋਲੋਂ ਗੁਰੂ ਨੇ ਬਾਣੀ ਵਿੱਚ ਵੀ ਅਸੀਸ ਮੰਗੀ ਹੈ। ਸਤਿਗੁਰੂ ਕਹਿੰਦੇ ਨੇ, ਦੇਹੋ ਸੱਜਣ ਅਸੀਸੜੀਆਂ, ਬਾਬਾ ਆਵੋ ਮਿਲੋ ਸਹੇਲੀਓ। ਸਹੇਲੀਓ ਕੀ ਹੈ? ਸਾਥੀਓ, ਸਤਸੰਗੀਓ। ਬਾਬਾ ਆਵੋ ਮਿਲੋ ਸਹੇਲੀਓ, ਮਿਲ ਮਿਲ ਦੇਹੋ ਅਸੀਸਾਂ ਹੈ। ਆਓ ਮਿਲੋ, ਮਿਲ ਕੇ ਮੈਨੂੰ ਬਲ ਬਖਸ਼ੋ, ਮਿਲ ਕੇ ਮੈਨੂੰ ਅਸੀਸ ਦਿਓ ਕਿ ਤੁਹਾਡੇ ਸਾਥ ਵਿੱਚ, ਤੁਹਾਡੇ ਕਾਫਲੇ ਵਿੱਚ ਚੱਲਦਾ ਮੈਂ ਮੰਜ਼ਿਲ ਪਾ ਲਵਾਂ। ਸਿੱਖ ਵਿੱਚ ਇਹ ਨਿਮਰਤਾ ਜ਼ਰੂਰੀ ਹੈ। ਹਾਂ ਆਈ ਕਿ ਨਹੀਂ ਮੈਂ ਕੁਝ, ਹਾਂ ਮੈਂ ਕਰ ਰਿਹਾ, ਮੈਨੂੰ ਕਿਸੇ ਦੀ ਅਸੀਸ ਦੀ, ਮੈਨੂੰ ਕਿਸੇ ਦੀ ਅਗਵਾਈ ਦੀ, ਸਾਥ ਦੀ ਵੀ ਲੋੜ ਨਹੀਂ। ਇਹ ਮਨੁੱਖ ਦੀ ਆਤਮਿਕ ਅਵਸਥਾ ਨੂੰ ਕਮਜ਼ੋਰ ਕਰ ਦਿੰਦੀ। ਗੁਰਬਾਣੀ ਨੇ ਵੀ ਇਸੇ ਲਈ ਬਾਰ-ਬਾਰ ਅਸੀਸਾਂ ਮੰਗੀਆਂ ਨੇ। ਸਾਧ ਸੰਗਤ ਦੀ ਗੱਲ ਕੀਤੀ ਹੈ। ਇਸ ਸ਼ਬਦ ਦੇ ਵੀ ਇੱਕ ਲਾਈਨ ਆਈ ਹੈ, ਤੁਸੀਂ ਹੈਰਾਨ ਹੋਵੋਗੇ। ਉਹਦੇ ਵਿੱਚ ਆਪਣੀ ਰਚਨਾ ਤੋਂ ਗੁਰੂ ਨੇ ਆਖਿਆ ਹੈ, ਕਹਿੰਦੇ ਨੇ ਮੇਰਾ ਮਾਲਿਕ ਜਦੋਂ ਰੀਝਦਾ ਹੈ, ਉਹ ਰਹਿਮਤ ਕਰਦਾ ਹੈ ਤੇ ਕਰਦਾ ਕਿ ਇਹ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਤੇ ਦਿਖਾਉਂਦਾ ਕੀ ਹੈ? ਕਹਿੰਦਾ ਹੈ ਸਾਧ ਸੰਗਤ ਕੈ ਆਸਰਾ। ਸਾਧ ਸੰਗਤ ਦਾ ਆਸਰਾ। ਸੰਗਤ का गुण बहुत अधिक है। हाँ, ਇਹ ਸ਼ਰਤ ਜ਼ਰੂਰੀ ਹੈ, ਸਾਧ ਸੰਗਤ ਉਹ ਜਿਹੜੀ ਗੁਰੂ ਨਾਲ ਜੁੜੀ ਹੋਵੇ। ਸਿਰਫ ਦਰਵਾਜ਼ਿਓਂ ਲੰਘ ਅੰਦਰ ਆਉਣ ਵਾਲੀ ਤੇ ਆ ਕੇ ਬੈਠ ਕੇ ਚਲੀ ਜਾਣ ਵਾਲੀ ਸੰਗਤ ਨਹੀਂ। ਸਾਧ ਸੰਗਤ ਗੁਰੂ ਨੇ ਵੀ ਬਾਣੀ ਵਿੱਚ ਫੈਸਲਾ ਕਰ ਦਿੱਤਾ, ਸਾਖਤ ਜਾਏ ਨਿਵੇਂ ਗੁਰ ਅੱਗੇ, ਮਨ ਖੋਟੇ ਕੂੜ ਕੂੜਿਆਰੇ।
ਸਾਕਤ ਵੀ ਗੁਰਦੁਆਰੇ ਆ ਸਕਦਾ ਹੈ, ਉਹ ਵੀ ਬਣਦਾ ਖੋਟਾ, ਜਿਉਂ ਆਉਂਦਾ ਤਿਉਂ ਵਾਪਸ ਜਾ ਸਕਦਾ ਹੈ। ਹੋ ਸਕਦਾ ਹੈ ਗੁਰੂ ਦੀ ਗੱਲ ਸੁਣ ਲਵੇ, ਮੰਨੇ ਨਾ, ਕੀ ਉਹਨੂੰ ਅਸੀਂ ਸਾਧ ਸੰਗਤ ਆਖਾਂਗੇ? ਸਾਧ ਸੰਗਤ ਉਹ ਜਿਹੜੀ ਗੁਰੂ ਅੱਗੇ ਸਮਰਪਣ ਹੋਵੇ, ਤੇ ਉਹਨਾਂ ਦੇ ਕਾਫਲੇ ਕੋਲੋਂ ਅਸੀਂ ਵਰ ਮੰਗਣਾ ਹੈ, ਅਸੀਸ ਮੰਗਣੀ ਹੈ, ਬਲ ਮੰਗਣਾ ਹੈ ਕਿ ਤੁਹਾਡੇ ਸਾਥ ਵਿੱਚ ਮੈਂ ਆਪਣੀ ਮੰਜ਼ਿਲ ਤੇ ਗੁਰੂ ਦੇ ਦਰ ਤੱਕ ਪਹੁੰਚ ਸਕਾਂ, ਉਹਦੇ ਦਰ ਤੇ ਪ੍ਰਵਾਨ ਹੋ ਸਕਾਂ। ਜੇ ਇਹ ਗੱਲ ਛੱਡ ਦੇਈਏ ਤਾਂ ਫਿਰ ਨਿਮਰਤਾ ਨਹੀਂ, ਹਾਂ ਆ ਜਾਏਗੀ ਕਿ ਮੇਰੇ ਵਿੱਚ ਗੁਣ ਨੇ, ਮੈਨੂੰ ਕਿਸੇ ਦੀ ਅਸੀਸ ਦੀ, ਕਿਸੇ ਦੇ ਸਾਥ ਦੀ ਲੋੜ ਨਹੀਂ। ਮੈਂ ਹੈਰਾਨ ਹੁੰਦਾ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੀ ਗੱਲ ਕੀਤੀ ਤੇ ਕਹਿਣ ਲੱਗੇ, ਉਹਨੇ ਵੀ ਜਦੋਂ ਰੱਬ ਕੋਲੋਂ ਰਹਿਮਤ ਮਿਲੀ ਨਾ, ਨਾਮ ਦੀ ਰਹਿਮਤ ਮਿਲੀ, ਨਾਮ ਕੀ ਸਨ? ਗੁਣਾਂ ਦੀ ਰਹਿਮਤ ਮਿਲੀ, ਤੇ ਉਦੋਂ ਆਖਿਆ ਜੀ ਮੈਨੂੰ ਇਸ ਰਹਿਮਤ ਨੂੰ ਸੰਭਾਲ ਕੇ ਰੱਖਣ ਵਾਸਤੇ ਬਰਤਨ ਵੀ ਦਿਓ। ਬਰਤਨ ਕੀ ਸੀ? ਨਿਮਰਤਾ, ਗਰੀਬੀ। ਇਸੇ ਲਈ ਦੋਨੋਂ ਚੀਜ਼ਾਂ ਇਕੱਠੀਆਂ ਗੁਰੂ ਨਾਨਕ ਨੇ ਲਿਆਂਦੀਆਂ। ਭਾਈ ਗੁਰਦਾਸ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਬਾਬਾ ਪੈਂਦਾ ਸੱਚਖੰਡ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਣ ਤੇ ਗਰੀਬੀ, ਜਿੱਥੇ ਹੰਕਾਰ ਆ ਜਾਏ, ਹਉਮੈ ਆ ਜਾਏ ਕਿ ਮੇਰੇ ਵਿੱਚ ਗੁਣ ਨੇ, ਮੈਂ ਕੋਈ ਸੇਵਾ ਕਰ ਸਕਣਾ, ਮੈਂ ਕੋਈ ਅਗਵਾਈ ਕਰ ਸਕਣਾ, ਮੈਂ ਤਾਂ ਇਸੇ ਲਈ ਬਾਰ-ਬਾਰ ਜਦੋਂ ਵੀ ਕੋਈ ਸਮਾਂ ਹੁੰਦਾ ਬਾਰ-ਬਾਰ ਕਹਿਣਾ, ਭਰਿਓ ਜੇ ਦਰਸ਼ਨ ਸਿੰਘ ਦੀ ਕੋਈ ਗੱਲ ਹੈ ਛੱਡ ਦਿਓ, ਜੇ ਗੁਰੂ ਦੀ ਗੱਲ ਹੈ ਮੰਨ ਲਓ। ਜੇ ਮਨ ਵਿੱਚ ਇਹ ਆ ਜਾਏ ਕਿ ਮੈਂ ਕੋਈ ਅਗਵਾਈ ਕਰ ਸਕਣਾ, ਮੇਰੇ ਵਿੱਚ ਕੋਈ ਗੁਣ ਨੇ, ਤੇ ਵਿਸ਼ਵਾਸ ਕਰੋ ਉਹ ਗੁਣ ਗਲ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਹ ਗੁਣ ਨਹੀਂ ਰਹਿੰਦੇ ਜਿਸ ਗੁਣ ਵਿੱਚ ਹਉਮੈ ਆ ਜਾਏ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ, ਤੇਰੇ ਗੁਣ ਬਹੁਤੇ, ਤੇਰੇ ਗੁਣ ਬਹੁਤੇ, ਮੈਂ ਇੱਕ ਨ ਜਾਣਿਆ, ਸਭ ਗੁਣ ਤੇਰੇ, ਸਭ ਗੁਣ ਤੇਰੇ, ਮੈਂ ਨਹੀਂ ਕੋਏ, ਮੇਰੇ ਕੋਲ ਕੋਈ ਗੁਣ ਨਹੀਂ। ਜੇ ਸੇਵਾ ਤੂੰ ਲਾਇਆ ਹੈ, ਆਪਣਾ ਚਾਕਰ ਲਾਇਆ ਹੈ, ਤਾਂ ਤੇਰੀ ਰਹਿਮਤ ਹੈ। ਮੈਨੂੰ ਕਿਸੇ ਹੋਰ ਜੁਗਤ ਨਾਲ ਪ੍ਰਭੂ ਦਾ ਮਿਲਾਪ ਨਹੀਂ ਸੀ ਹੋ ਰਿਹਾ, ਤੂੰ ਰਹਿਮਤ ਕਰਕੇ ਮੈਨੂੰ ਬਖਸ਼ਿਸ਼ ਕਰਕੇ ਗੁਰੂ ਦੇ ਦਰ ਦਾ ਚਾਕਰ ਲਾ ਦਿੱਤਾ, ਨੌਕਰ ਲਾ ਦਿੱਤਾ। ਆਖਿਆਂ ਦੀ ਚਾਕਰੀ ਕਰ, ਜੋ ਇਹ ਹੁਕਮ ਕਰਦਾ ਉਹ ਕਰੀ ਚੱਲ। ਅਨੇਕ ਜੁਗਤ ਨਹੀਂ ਪਾਈ ਹੈ, ਪਾਇਆ ਗੁਰ ਚਾਕਰ ਲੈ ਲਾਇਆ, ਉਹਨੇ ਮੈਨੂੰ ਆਪਣੇ ਚਾਕਰ ਲਾ ਲਿਆ। ਤੇ ਚਾਕਰ ਹੋਵੇ ਤੇ ਫਿਰ ਮਨ ਅੰਦਰ ਹੋਂ ਕਰੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ। ਉਹਨੇ ਤਾਂ ਜਿਵੇਂ ਲਾਇਆ ਲੱਗਿਆ ਹੋਇਆ, ਜੋ ਕੁਝ ਕਰਾਈ ਜਾਂਦਾ ਕਰੀ ਜਾਣਾ, ਇਹਦੇ ਚ ਮੇਰੀ ਸਿਆਣਪ, ਮੇਰੀ ਅਗਵਾਈ ਦੀ ਲੋੜ ਨਹੀਂ, ਮੇਰੀ ਚਤਰਾਈ ਦੀ ਜ਼ਰੂਰਤ ਨਹੀਂ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਇਸ ਲਈ ਆਪਣੇ ਅੰਦਰੋਂ ਹਾਂ ਕੱਢ ਕੇ ਸਿੱਖ ਦਾ ਕੰਮ ਹੈ, ਚਾਕਰੀ ਕਰੇ, ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਗੁਰੂ ਅਗਵਾਈ ਕਰਦੇ ਨੇ, ਕਹਿੰਦੇ ਨੇ ਜੋ ਤੂੰ ਸੇਵਾ ਕਰੇ, ਜੇ ਤੇਰੀ ਉਹ ਸੇਵਾ ਸੰਗਤ ਵਿੱਚ, ਸਿੱਖੀ ਵਿੱਚ, ਸਮਾਜ ਵਿੱਚ ਪ੍ਰਵਾਨ ਹੁੰਦੀ ਹੈ ਤਾਂ ਹੋਂ ਨਾ ਕਰੀ। ਇਹ ਨਾ ਸੋਚੀ ਕਿ ਮੇਰੇ ਵਿੱਚ ਗੁਣ ਨੇ, ਉਹਨਾਂ ਗੁਣਾਂ ਦਾ ਸਦਕਾ ਮੈਨੂੰ ਮਾਣ ਮਿਲਦਾ, ਨਹੀਂ, ਇਹ ਉਹਦੀ ਰਹਿਮਤ ਹੈ। ਉਹਨੇ ਮੇਰੀ ਝੋਲੀ ਇਹ ਗੁਣ ਪਾਏ ਨੇ, ਜਦੋਂ ਤੱਕ ਚਾਹੇਗਾ ਉਹ ਮੈਨੂੰ
ਮੇਰੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮੇਰਾ ਸਾਥ ਸੰਗਤ ਦਾ ਬਣਾਈ ਰੱਖੇਗਾ। ਜੇ ਸੰਗਤ ਦਾ ਸਾਥ ਨਾ ਬਣਦਾ, ਹੋ ਸਕਦਾ ਮੈਂ 4 ਕਦਮ ਅੱਗੇ ਨਾ ਵੱਧ ਸਕਦਾ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੀ, ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ। ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ। ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਅੰਤਰ ਜਾਮੀ ਅਗੰਮ ਪੁਰਖ, ਅੰਤਰ ਜਾਮੀ ਅਗੰਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਸਾਧ ਸੰਗਤ ਕੇ ਆਸਰੇ, ਸਾਧ ਸੰਗਤ ਕੇ ਆਸਰੇ। ਪ੍ਰਭ ਪ੍ਰਭ ਸਿਉ ਰੰਗ ਲਾਏ। ਜਪ ਤਪ ਸੰਜਮ ਦਇਆ ਧਰਮ, ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ। ਜਿਸ ਦੇਹ ਸੋ ਪਾਏ। ਜਿਸ ਦੇਹ ਸੋ ਪਾਏ। ਪਦਾਰਥ ਤੇ ਪਰਮਾਰਥ ਮੇਰਾ ਮਾਲਿਕ ਆਪ ਦਿੰਦਾ ਹੈ। ਇੱਕ ਖਿਆਲ ਕਰਿਓ, ਪਰ ਪਰਮਾਰਥ ਦੇਣ ਲੱਗਿਆਂ ਉਹ ਰਹਿਮਤ ਕਰਕੇ ਸਾਧ ਸੰਗਤ ਦੀ ਬਖਸ਼ਿਸ਼ ਕਰਦਾ ਹੈ। ਆ ਬੈਠ ਸਾਧ ਸੰਗਤ ਵਿੱਚ, ਜੇ ਸਾਧ ਸੰਗਤ ਦੇ ਸਾਥ ਵਿੱਚ ਅੱਗੇ ਵਧੇਗਾ, ਪਰਮਾਰਥ ਮਿਲੇਗਾ। ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਸੰਗਤ ਵਿੱਚ ਗੁਣ ਹੈ। ਜਿੰਦੀ ਜਿਸ ਸੰਗਤ ਦੀ ਦਿਸ਼ਾ ਇੱਕ ਹੈ। ਸੰਗਤ ਉਹ ਹੈ ਜਿਹੜੀ ਗੁਰੂ ਦੀ ਦਿਸ਼ਾ ਵੱਲ ਵੱਧਦੀ ਹੈ, ਤੇ ਉਸ ਸੰਗਤ ਵਿੱਚ ਬੈਠ ਕੇ ਤੈਨੂੰ ਜੀਵਨ ਦੇ ਪੰਧ ਰਾਹ ਮਿਲਦੇ ਨੇ। ਗੁਰੂ ਨੇ ਬਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ। ਕਹਿਣਗੇ ਪੁੱਛੋ ਜਾਏ ਪੰਧਾਵਾਂ, ਚੱਲੇ ਚਾਕਰ ਹੋਏ। ਗੁਰਬਾਣੀ ਹੈ। ਪੰਧਾਵਾਂ ਦਾ ਮਤਲਬ ਹੈ ਪੰਧ ਕਰਨ ਵਾਲੇ, ਚੱਲਣ ਵਾਲੇ, ਰਸਤੇ ਤੇ ਤੁਰਨ ਵਾਲੇ। ਜਿਹੜੇ ਚਾਕਰ ਹੋ ਕੇ, ਸੇਵਕ ਹੋ ਕੇ ਗੁਰੂ ਦੇ, ਮਾਲਿਕ ਦੇ, ਪ੍ਰਭੂ ਦੇ ਜੀਵਨ ਦੇ ਰਾਹ ਤੇ ਚੱਲਦੇ ਨੇ, ਉਹਨਾਂ ਦੀ ਅਗਵਾਈ ਲੈ, ਉਹਦੇ ਕੋਲੋਂ ਪੁੱਛ ਕੇ ਚੱਲ, ਤੈਨੂੰ ਵੀ ਚੱਲਣਾ ਆ ਜਾਏ। ਪੁੱਛੋ ਜਾਏ ਪਧਾਵਾਂ, ਚੱਲੇ ਚਾਕਰ ਹੋਏ। ਇਸ ਲਈ ਸਾਧ ਸੰਗਤ ਦੀ ਅਸੀਸ ਤੇ ਸਾਧ ਸੰਗਤ ਦੇ ਕਾਫਲੇ ਨਾਲ
ਮਿਲ ਕੇ ਮਾਲਕ ਇੱਕ ਦਿਸ਼ਾ ਤੇਰੀ ਨਾ ਬਦਲੇ, ਨਹੀਂ ਤਾਂ ਤੇਰਾ ਕਾਫਲਾ ਆਪੇ ਹੀ ਟੁੱਟ ਜਾਏਗਾ। ਇੱਕ ਦਿਸ਼ਾ ਵੱਲ ਉਸ ਕਾਫਲੇ ਨੂੰ ਲੈ ਕੇ ਤੁਰ, ਫਿਰ ਵੇਖ ਮੰਜ਼ਿਲ ਦੂਰ ਨਹੀਂ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।